2.5 घंटे चली बैठक। नगर निगम की जांच कमेटी बोली सारी मांगे मान ली गई। कल 3 बजे निगम कमिश्नर को सौंपेंगे रिपोर्ट। लाइव भारत ने बैठक के पहले चलाई थी खबर, सभी मांगे मान ली जाएंगी। ऑटो वर्कशॉप ने कहा कथनी और करनी में फर्क। निगम के मुलाजिमों के हक में विपक्ष। जांच कमेटी बोली हम भी मुलाजिमों के वाजिब मांगों के हक में। मुलाजिम बोले कमेटी को मेयर और कमिश्नर ने फुल पावर नहीं दी, अब कल 3 बजे तक टाल रही है कमेटी। अगले 24 घंटे में आर पार की लड़ाई या फैसला का आसार। निगम कमिश्नर के पास पावर। जांच टीम ने मांगे मानने की बात कहकर कल 3 बजे तक मांगी मोहलत। लाइव भारत की स्पेशल रिपोर्ट। प्रशासन मुर्दाबाद 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 प्रशासन मुर्दाबाद मुर्दाबाद मुर्दाबाद। ਤੁਹਾਡੇ ਨਾਲ ਮੀਟਿੰਗ ਤੋਂ ਬਾਅਦ ਮੇਅਰ ਦਫ਼ਤਰ ਵਿੱਚ ਜਾਂਦੇ ਨੇ ਜਾਂ ਜਿਹੜੇ ਵੀ ਮੀਟਿੰਗ ਬੈਠੇ ਨੇ, ਸੋਨੀ ਵਿਕਾਸ ਸੋਨੀ ਅੱਜ ਨਹੀਂ ਆਉਂਦੇ ਨੇ। ਫਿਲਹਾਲ ਕਿੱਥੇ ਨਾ ਕਿੱਥੇ ਤੁਹਾਡੀ ਗੱਲ ਉਹ ਪਹਿਲਾਂ ਸੁਣਦੇ ਨੇ, ਫਿਰ ਜਦੋਂ ਉਸ ਮੇਅਰ ਦੇ ਦਫ਼ਤਰ ਤੋਂ ਵਾਪਸ ਆਉਂਦੇ ਆ ਫਿਰ ਉਹਨਾਂ ਦੇ ਸੁਰ ਬਦਲ ਜਾਂਦੇ ਨੇ ਤੇ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿੰਦੇ ਪਹਿਲਾਂ ਜਾ ਕੇ ਸਲਾਹ ਲੈਂਦੇ ਨੇ, ਉੱਥੇ ਜਾ ਕੇ ਸਲਾਹ ਕਰਦੇ ਨੇ। ਪਾਵਰ ਪੂਰੀ ਲੈ ਕੇ ਨਹੀਂ ਆਏ ਸੀ। ਪੂਰੀ ਪਾਵਰ ਜੇ ਲੈ ਕੇ ਆਏ ਹੁੰਦੇ ਤਾਂ ਫਿਰ ਅੱਜ ਡਾਕਟਰ ਨੂੰ ਪੁੱਛਣ ਦੀ ਲੋੜ ਸੀ ਜਾਂ ਮੇਅਰ ਕਮਿਸ਼ਨਰ ਨੂੰ ਪੁੱਛਣ ਦੀ ਲੋੜ ਸੀ, ਫਿਰ ਫੈਸਲਾ ਲੈਂਦੇ। ਉਹ ਤਾਂ ਫੁੱਲ ਪਾਵਰ ਦੀ ਕਮੇਟੀ ਹੁੰਦੀ ਹੈ ਤੇ ਫੁੱਲ ਪਾਵਰ ਦੀ ਹੋਣੀ ਚਾਹੀਦੀ ਆ। ਕਿਹੜੀ ਮੰਗਾਂ ਜਾਇਜ਼ ਨਹੀਂ ਹੈਗੀਆਂ ਜਿਹੜੀ ਨਹੀਂ ਮੰਗੀਆਂ? ਇੱਕ ਵੀ ਕੋਈ ਹਰ ਤਰ੍ਹਾਂ ਦੀ ਸਾਰੀਆਂ ਜਾਇਜ਼ ਮੰਗਾਂ ਸਾਡੀਆਂ ਕੋਈ ਵੀ ਖਾਲੀ ਨਹੀਂ ਹੈਗੀ, ਜਾਇਜ਼ ਨਹੀਂ ਮੰਨਦੇ। ਤੁਸੀਂ ਕਹਿੰਦੇ ਬਾਰ-ਬਾਰ ਕਿ ਜਿਹੜੇ ਕਮੇਟੀ ਦੇ ਮੈਂਬਰ ਸੀ ਉਹ ਮੇਅਰ ਨੂੰ ਫੋਨ ਕਰਦੇ ਸੀ, ਤੇ ਮੇਅਰ ਨੂੰ ਫੋਨ ਕਰਦੇ ਤਾਂ ਮਤਲਬ ਆਪਸੀ ਤਾਲਮੇਲ ਨਹੀਂ ਸੀਗਾ ਜਿਸ ਨੂੰ ਲੈ ਕੇ ਅੱਜ ਮੀਟਿੰਗ ਦੇ ਬਾਹਰ ਤੇ ਤੁਸੀਂ ਸਾਰਾ ਮੀਡੀਆ ਉੱਥੇ ਬੈਠਾ ਤੇ ਤਾਲਮੇਲ ਹੁੰਦਾ ਤੇ ਫਿਰ ਇਹਨਾਂ ਨੂੰ ਬਾਰ-ਬਾਰ ਜੇ ਪੂਰੀਆਂ ਪਾਵਰਾਂ ਨਾਲ ਬੈਠੇ ਹੁੰਦੇ। ਮਤਲਬ ਤਿਆਰੀ ਨਾਲ ਮੀਟਿੰਗ ਦੇ ਕਮੇਟੀ ਨਹੀਂ ਆਈ ਸੀ। ਹਾਂ, ਤਿਆਰੀ ਨਾਲ ਕਮੇਟੀ ਆਈ ਆ, ਕਮੇਟੀ ਤਿਆਰੀ ਨਾਲ ਆਈ ਆ ਸਾਨੂੰ ਦਬਾਉਣ ਵਾਸਤੇ। ਅਸੀਂ ਦੱਬੇ ਨਹੀਂ ਰਹਿ ਸਕਦੇ। ਉਹ ਵੀ ਕਮੇਟੀ ਜਿਹੜੀ ਪੂਰੀ ਕਮੇਟੀ ਜਿਹੜੀ ਤਿਆਰੀ ਨਾਲ ਆਈ ਆ ਨਾ, ਉਹ ਸਾਡੇ ਤੇ ਦਬਾਅ ਪਾਉਣ ਲਈ ਆਈ ਹੈ ਵੀ ਅਸੀਂ ਇਹਨਾਂ ਦੀਆਂ ਮੰਗਾਂ ਨੇ ਟਾਲ ਦੇਾਂਗੇ। ਉਹ ਟਾਲਣ ਵਾਲੀ ਗੱਲ ਨਹੀਂ ਹੋਏਗੀ। ਹੜਤਾਲ ਚੱਲੇਗੀ, ਅਣਮਿੱਥੇ ਚੱਲੇਗੀ। ਜਿੰਨਾ ਚਿਰ ਸਾਡੀਆਂ ਮੰਗਾਂ ਨਾ ਪੂਰੀਆਂ ਕਰਨਗੀਆਂ ਉਹ ਹੜਤਾਲ ਕਰਾਂਗੇ। ਉਸ ਕਮੇਟੀ ਵਿੱਚ ਵੀ ਕੋਈ ਪੂਰੇ ਅਫਸਰ ਨਹੀਂ ਬੈਠੇ, ਕੋਈ ਪੂਰਾ ਜਿਹੜਾ ਐਸਸੀ ਐਕਸ਼ਨ ਨਹੀਂ ਉਹ ਨਹੀਂ ਆਇਆ, ਜਿਹੜੇ 2 ਹੈਲਥ ਅਫਸਰ ਉਹ ਨਹੀਂ ਆ ਸਕੇ। ਪਰ ਇਹ ਜਿਹੜੀ ਕਮੇਟੀ ਆ ਨਾ, ਇਹਨਾਂ ਨੇ ਲੰਗੜੀ ਜਿਹੜੀ ਮੀਟਿੰਗ ਕੀਤੀ ਆ, ਅਸੀਂ ਉਹਨਾਂ ਨੂੰ ਪਹਿਲਾਂ ਕਮੇਟੀ ਤੋਂ ਪਹਿਲਾਂ ਕਹਿਤਾ ਸੀ, ਮੀਟਿੰਗ ਹੋਣ ਤੋਂ ਪਹਿਲਾਂ ਹੀ ਵੀ ਇਹ ਲੰਗੜੀ ਜਿਹੜੀ ਕਮੇਟੀ ਆ, ਲੰਗੜੀ ਜਿਹੜੀ ਆਪਣੀ ਮੀਟਿੰਗ ਕਰਨੀ ਅਸੀਂ ਨਹੀਂ ਇਹ ਕਰਨੀ। ਉਹ 'ਚ ਇੱਕ ਸੰਧੂ ਸਾਹਿਬ ਵੀ ਆਏ, ਐਸਸੀ ਸਾਹਿਬ, ਉਹ ਵੀ ਕੋਈ ਜ਼ਰੂਰੀ ਕੰਮ ਪੈ ਗਿਆ ਉਹ ਚਲ ਗਏ। ਉਹਦੇ ਵਿੱਚ ਹੈਲਥ ਅਫਸਰ ਨਹੀਂ ਆਇਆ। ਕੋਈ ਐਕਸ਼ਨ ਜਿਹੜਾ ਸੀ ਇੱਕ ਆਇਆ ਵਾ, ਉਹ ਵੀ ਅਸ਼ਵਨੀ ਕੁਮਾਰ ਜੀ, ਉਹ ਵੀ ਉਹਨਾਂ ਨੇ ਕਿਹਾ ਵੀ ਮੈਂ ਤੇ ਜਿਹੜਾ ਓਨਐਮਸਨ ਦਾ ਕੰਮ ਜਾਣਦਾ, ਜਿਹੜੇ ਹੈਲਥ ਦਾ ਕੰਮ ਹੀ ਡਾਕਟਰ ਜਾਣਦੇ ਸੀ। ਇੱਕ ਨਹੀਂ ਤਾਂ ਦੂਜਾ ਸਕਦਾ ਜੀ, ਇੱਕ ਨੂੰ ਚਲੋ ਜੇ ਇੱਕ ਦੇ ਘਰ ਲੋੜ ਆ, ਪਰ ਸਵੇਰ ਤੋਂ ਵਰਕਸ਼ਾਪ ਸਾਡੀ ਬੰਦ ਆ। ਕਿਉਂ ਕਿ ਇਹਨਾਂ ਨੂੰ ਅਸੀਂ ਕੁਛ ਮੀਟਿੰਗ 'ਚ ਇਹੋ ਹੁੰਦਾ ਵੀ ਜੁਨੀ ਦਾ ਕੰਮ ਹੁੰਦਾ ਵੀ ਜਿਹੜੀਆਂ ਸਾਡੀਆਂ 10 ਡਿਮਾਂਡਾਂ ਨੇ, 8 ਡਿਮਾਂਡਾਂ ਨੇ, ਜੋ 2-4 ਪਾਸ ਹੁੰਦੀਆਂ, 2-4 ਫਿਰ ਅਗਲੀ ਵਾਰੀ ਪਾਇਆ ਜਾਂਦਾ। ਪਰ ਅਸੀਂ ਇਹਨਾਂ ਨਾਲ ਸਹਿਮਤੀ ਕਰਦੇ ਪਏ ਸੀ EPF ਵਾਸਤੇ, PPF ਵਾਸਤੇ ਵੀ, ਸਾਰਿਆਂ ਕੰਮਾਂ ਵਾਸਤੇ ਵੀ। ਪਰ ਅੱਜ ਤੱਕ ਇਹਨਾਂ ਨੇ ਕੋਈ ਵੀ ਕੰਮ नहीं। डॉक्टर साहब जिन्होंने कोरोना का वैक्सीन लगाया है, आप मंडे को उनके साथ बैठ जाओ। कौन सी गाड़ी किस प्रीव्यू में चलेगी आप मंडे से फैसला कर लो। मान ली गई। हाँ, सारी मांगे मान ली गई, बता दे रहे हैं जैसा हमारे पे प्रेशर बनाने आई। कोई प्रेशर नहीं, कोई प्रेशर नहीं गा। कमेटी ने सारिया मंगा मान लिया, सारिया ते प्रोविडेंट फंड तो लैके 800 मुलाजम भर्ती करन तक हर एक चीज़ का फैसला हो चुका। सिर्फ टाइमिंग का फर्क पिया। ये कहते सवेर तो चलना सी, असी कहा भी तुसीं सोमवार तो जेडे SC ONM ते जेडे डॉक्टर साहब आ उन्होंने बैठ के फैसला कर लो भी ट्रैक्टर कितने प्रीव्यू च चलणगे, जड़ियाँ डंपर प्लेसर कल तो कित्थे कित्थे खलोणगे। ये कहते नहीं सवेर तो ही फैसला करो। सिर्फ इस गल तो कोई रास्ता ये उठ के गए, बातचीत का रास्ता उदा ही कहे मैं बिल्कुल सारा कुछ तय हो चुका। सिर्फ अफसरां नाल बैठ के इन्होंने फैसला करना किहड़ा ट्रैक्टर कित्थों चलना। आप भी कमेटी कैसे रहे बबला जी? सारी बातें मांगे मान ली गई, सभी मान ली गई और बाकी ये आप ही इन्होंने बाइकआउट कर दिया, इनकी सभी डिमांडें मान ली। चलिए हम बात करते हैं, दोबारा चलते हैं आशुना हर जगह बात, और हम बात करते हैं सबसे बड़ी बात, सभी मांगे मान ली गई। बड़ा खुलासा, सभी मांगे मान ली गई। वो कहते हैं कि केवल हमें टाइम दीजिए, टाइम केवल सोमवार तक है क्योंकि हमारे आज वैक्सीन का, तो वो कह रहे हैं कि बयान मान लो। सभी मांगे मान ली गई है। रमन बख्शी कहता है देखिए मैं रमन बख्शी जी के पास फिर चले जाता हूँ। आप आमने सामने हम बात करते हैं। बातें मान ली गई हैं और बातें मान ली गई है, रमन बख्शी कह रहे हैं। और सबसे बड़ी बात, एक मिनट, सभी बातें मान ली गई है। लाइव भारत बताता है और यहाँ पर कमेटी के हैं, सभी बातें मान ली गई है जी, सभी बातें मान ली गई है, सभी बातें मान ली गई। सर तुसीं कहंदे सारियां गल्लां मान लीਆਂ, ਕਿਹੜੀਆਂ ਗੱਲਾਂ ਮੰਨੀਆਂ ਸਾਡੀਆਂ ਜੀ?
ਦੇਖੋ ਇਹ ਗੱਲ ਤੇ ਮੀਟਿੰਗ ਦੀ ਗੱਲ ਆ, ਇੱਥੇ ਬਹਿਸ ਦਾ ਕੋਈ ਮੁੱਦਾ नहीं नहीं बात इनकी मांगे में एक मिनट आशु सभी बातें मान ली गई हैं ਬਿਆਨ ਦਿਓ ਮਹਾਰਾਜ सभी बातें सभी मांगे मान ली हम जितनी मांगे थी सारी मान ली गई है। क्यों फिर मुलाजिम क्यों रोष प्रदर्शन कर रहे हैं? देखिए रोष नहीं है, सिर्फ टाइमिंग का फर्क है। वो कह रहे थे जो कल से जो है वो सारी जो लागू हो जाना चाहिए। हम कह रहे थे सोमवार को आप एससी सिविल, एससी ओएनएम और डॉक्टर साहब के साथ बैठ के देख लो कौन सी गाड़ी किस प्रीव्यू में चलनी है और कैसे चलनी है, सिर्फ यही फर्क है। ਅਸੀਂ ਮੀਡੀਆ ਨੂੰ ਪੁੱਛਨੇ ਆ ਜੇ ਕਿਸੇ ਦਾ ਸ਼ਹਿਰ ਚ ਕੋਈ ਮਰ ਜੇ ਪਾਣੀ ਵਾਸਤੇ ਟੈਂਕਰ ਚਾਹੀਦਾ ਹੋਵੇ ਤੇ ਕੀ ਉਹ ਮੈਨੂੰ ਦੱਸੋ ਉਹ ਟੈਂਕਰ ਚੱਲੇਗਾ ਨਹੀਂ ਚੱਲੇਗਾ ਨਹੀਂ ਮੈਨੂੰ ਦੱਸੋ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਗਲੀ 'ਚ ਜਾਂ ਕੋਈ ਇਹਨਾਂ ਦੀ ਵਾਰਡ 'ਚ ਕੋਈ ਆਪਣੀ ਹੋ ਜਾਂਦੀ ਆ। ਇੱਕ ਮਿੰਟ ਖੰਨਾ ਜੀ ਪਾਣੀ ਚਾਹੀਦਾ ਕਿ ਨਹੀਂ ਚਾਹੀਦਾ ਲੋਕਾਂ ਨੂੰ? इमरजेंसी ਇਹਨਾਂ ਦੇ ਟੈਂਕਰ ਵੀ ਨਹੀਂ ਚੱਲਣ ਦੇ ਰਹੇ। बेटा जी उन्होंने क्या इमरजेंसी चलेगा ਕਹਾਂ चलेगा कोई नहीं चलेगा। इमरजेंसी कहते चलेगा ਦੱਸੋ ਖੰਨਾ ਜੀ ਇਹ ਪਾਣੀ ਕਿਸੇ ਨੂੰ ਦੇਣਾ ਨਜਾਇਜ਼ ਹੈ ਕਿ ਜਾਇਜ਼ ਹੈ ਕਾਰਪੋਰੇਸ਼ਨ 'ਚ? ਬੇਟਾ ਜੀ ਦੁਰਗਿਆਣਾ ਮੰਦਿਰ ਦੇ ਪਾਣੀ ਚੱਲਦਾ, ਉੱਥੇ ਛਿੱਟਾ ਲੱਗਦਾ, ਦਰਬਾਰ ਸਾਹਿਬ ਲੱਗਦਾ ਛਿੱਟਾ, ਸ਼ਹੀਦਾਂ ਵਾਲੇ ਚੱਲਦਾ। ਇਹ ਥੋੜੀ ਬੰਦ ਕਰ ਦਿਓ ਸਾਡੀ ਕਿਸੇ ਕਮੇਟੀ। ਨਗਰ ਨਿਗਮ ਜਿਹੜੀ ਆ ਜਿਹੜੇ ਕੌਂਸਲ 85 ਕੌਂਸਲ ਆ ਇਹ ਕੀ ਗੱਲ ਸ਼ਹਿਰ ਵਾਸੀ ਨਹੀਂ ਹੈਗੇ? ਇਹਦਾ ਜਵਾਬ ਦੇ ਦੇਣ ਮੀਡੀਆ ਨੂੰ ਵੀ ਇਹ ਸ਼ਹਿਰ ਵਾਸੀ ਨਹੀਂ ਹੈਗੇ। बेटा जी उन्होंने ਇਹ ਦੁਰਗਿਆਣਾ ਨੂੰ ਨਹੀਂ ਮੰਨਦੇ, ਸ਼ਹੀਦਾਂ ਵਾਲੇ ਨੂੰ ਨਹੀਂ ਮੰਨਦੇ, ਦਰਬਾਰ ਸਾਹਿਬ ਨੂੰ ਨਹੀਂ ਮੰਨਦੇ ਕਿ ਉਧਰ ਪਾਣੀ ਲੱਗਣਾ ਚਾਹੀਦਾ ਸੀ ਕਿ ਨਹੀਂ ਲੱਗਣਾ ਚਾਹੀਦਾ ਸੀ। ਜੀ ਇੱਕ ਆ ਤੁਸੀਂ ਇੱਕ ਜਵਾਬ ਦਿਓ ਇੱਥੇ ਤੇ ਬਿਨਾ ਪੱਖਪਾਤ ਇੱਥੇ ਆਪਾਂ ਨਾ ਕਰ ਹੀ ਨਹੀਂ ਸਕਦੇ। ਐਮਰਜੈਂਸੀ ਹੈ ਜਿੱਥੇ ਐਮਰਜੈਂਸੀ ਸਹੂਲਤਾਂ ਤੇ ਚੱਲਦੀਆਂ ਰਹਿੰਦੀਆਂ ਜੀ। ਐਮਰਜੈਂਸੀ 'ਚ ਕੋਈ ਮੁਸ਼ਕਲ ਨਹੀਂ। ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਵੀ ਜਿਹੜੀ ਤੁਸੀਂ ਗੱਲਾਂ ਕਹੀਆਂ 800 ਮੁਲਾਜ਼ਮ ਪੱਕੇ ਕਰੋ, ਅਸੀਂ ਕਿਹਾ ਮਤਾ ਪਾ ਕੇ ਗਵਰਨਮੈਂਟ ਨੂੰ ਭੇਜ ਦਿੰਦੇ ਆ, ਗਵਰਨਮੈਂਟ ਦਾ ਮਤਾ ਪਾਸ ਹੋ ਜਾਏਗਾ 800 ਬੰਦਾ ਭਰਤੀ ਕਰ ਦਿਆਂਗੇ। ਜੀ ਜੀ ਇਹਨਾਂ ਨੇ ਕਿਹਾ ਪ੍ਰੋਵੀਡੈਂਟ ਫੰਡ ਦੀ ਗੱਲ ਹੈ, ਅਸੀਂ ਇਹਨਾਂ ਨੂੰ ਕਿਹਾ 2 ਮਹੀਨੇ ਦਾ ਟਾਈਮ ਦਿਓ, ਤੁਹਾਡਾ ਸਾਰਾ ਆਨਲਾਈਨ ਕਰ ਦੇਣ ਲੱਗੇ ਆ। CPF EPF ਦੀ ਇਹਨਾਂ ਨੇ ਡਿਮਾਂਡ ਕੀਤੀ, ਇਹਨਾਂ ਦੇ ਸਾਹਮਣੇ ਅਸੀਂ ਅਕਾਊਂਟ ਅਫਸਰ ਨੂੰ ਬੁਲਾਇਆ ਰਜਿੰਦਰ ਕੁਮਾਰ ਨੂੰ, ਉਹਦੇ ਸਾਹਮਣੇ ਅਸੀਂ ਉਹਨੂੰ ਕਿਹਾ ਵੀ ਤੁਹਾਨੂੰ 2 ਮਹੀਨੇ ਦਾ ਟਾਈਮ ਦਿੰਦੇ ਆ, ਜੇ ਤੂੰ ਨਹੀਂ ਕਰੇਗਾ ਤੇਰੇ ਖਿਲਾਫ ਬੰਦਾ ਡਿਪਾਰਟਮੈਂਟ ਇਲੈਕਸ਼ਨ ਲਿਖਾਂਗੇ, ਗਵਰਨਮੈਂਟ ਨੂੰ ਵੀ ਤੇਰੇ ਖਿਲਾਫ ਲਿਖਾਂਗੇ। ਇਹ ਸਾਰੀਆਂ ਗੱਲਾਂ ਮੰਨੀਆਂ ਗਈਆਂ। ਇਹਨਾਂ ਦੀ ਡੰਪਰ ਪਲੇਸਰ ਦੀ ਗੱਲ ਸੀ, 2 ਚੱਲਦੇ ਸੀ, ਇਹ ਕਹਿੰਦੇ ਵੱਧ ਚਲਾਓ। ਅਸੀਂ ਡਾਕਟਰ ਹੈਲਥ ਅਫਸਰ ਯੋਗੇਸ਼ ਜੀ ਨੂੰ ਫੋਨ ਕੀਤਾ, ਉਹਨੇ ਕਿਹਾ ਵੀ ਜਿਹੜੀ ਜਸਟੀਫਿਕੇਸ਼ਨ ਬਣਦੀ ਆ, ਮੈਂ ਅੱਜ ਬਿਮਾਰ ਆ, ਸਵੇਰੇ ਆਵਾਂਗਾ, ਸਵੇਰੇ ਆ ਗਿਆ ਤਾਂ ਮਸਲਾ ਹੱਲ ਕਰ ਦਿਆਂਗੇ। ਜੇ 2 ਬੰਦੇ ਆ 2 ਚਲਾਵਾਂਗੇ, 3 ਬੰਦੇ ਆ 3 ਬੰਦੇ। 75% ਜਿਹੜੀ ਗੱਡੀਆਂ ਮੇਨ ਮੁੱਦਾ ਜਿਹੜੇ ਮੁਲਾਜ਼ਮ ਉੱਤੇ ਆ ਰਹੇ ਆ ਉਹ ਕਿਉਂ ਬੰਦ ਹੈਗੀਆਂ? ਵੇਖੋ, ਕੋਈ ਹਫ਼ਤਾ ਹੋ ਗਿਆ ਲਗਾਤਾਰ ਅਸੀਂ- ਇਹਦਾ ਤਾਲਮੇਲ ਨਹੀਂ ਬਣ ਅਸੀਂ ਰਿਹਾ। ਕੰਪਨੀ 2.5 ਕਰੋੜ ਅਸੀਂ- ਪ੍ਰਾਈਵੇਟ ਕੰਪਨੀ 2.5 ਕਰੋੜ ਦੇ ਰਹੇ ਹੋ, ਇਹਨਾਂ ਕੋਲ ਕੰਮ ਕਿਉਂ ਨਹੀਂ ਆ ਰਹੇ? ਮੈਂ ਤੁਹਾਨੂੰ ਹੁਣ ਵੀ ਇਹ ਗੱਲ ਕਹਿਣਾ, ਅਸੀਂ ਬਿਲਕੁਲ ਸਾਡਾ ਪਰਿਵਾਰ ਨੂੰ ਜੋ ਹੈ ਜਸਟੀਫਿਕੇਸ਼ਨ ਦੇਣ ਜਿਹੜੀ ਸਹੀ ਗੱਲ ਆ, ਕਾਰਪੋਰੇਸ਼ਨ ਸਾਰੀ ਗੱਲ ਮੰਨੂਗੀ, ਕੋਈ ਅਸੀਂ ਇਹਨਾਂ ਦੇ ਖਿਲਾਫ ਨਹੀਂ, ਅਸੀਂ ਇਹਨਾਂ ਦੇ ਨਾਲ ਆ। ਸਾਡਾ ਪਰਿਵਾਰ ਆ, ਸਿਰਫ ਮਨ ਮਟਾਮ ਛੋਟੀ ਜੀ ਗੱਲ ਨੂੰ ਲੈ ਕੇ ਹੈਗਾ। ਅਸੀਂ ਇਹਨਾਂ ਨੂੰ ਕਿਹਾ ਸੀ ਅੱਜ ਇੱਕ ਹੈਲਥ ਅਫਸਰ ਦਿੱਲੀ ਹੈ, ਇੱਕ ਹੈਲਥ ਅਫਸਰ ਬਿਮਾਰ ਹੈ ਜੀ ਜੀ ਤੇ ਇੱਕ SC ਸਾਹਿਬ ਵੀ ਬਿਮਾਰ ਹੈ, ਕੱਲ ਆਉਂਦੇ ਆ। ਵੇਖੋ ਅਲਟੀਮੇਟਲੀ ਅਸੀਂ ਕੋਈ ਵੀ ਕੰਮ ਕਰਨੇ ਆ, ਕਿਤੇ ਨਾ ਕਿਤੇ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ। ਤੁਸੀਂ ਜਿੰਨੀਆਂ ਗੱਡੀਆਂ ਤੁਹਾਡੀਆਂ 15 ਸਾਲ ਤੋਂ ਪੁਰਾਣੀਆਂ ਗੱਡੀਆਂ ਬੰਦ ਹੋਣਗੀਆਂ, 15 ਸਾਲ ਤੋਂ ਜਿਹੜੀਆਂ ਅੰਦਰ ਗੱਡੀਆਂ ਸਾਰੀਆਂ ਟੋਟਲ ਗੱਡੀਆਂ ਚੱਲਣਗੀਆਂ, ਲੇਕਿਨ ਵਰਕ ਆਫ ਨੇਚਰ ਡਿਫਰੈਂਟ ਟਾਈਪ ਹੋ ਸਕਦਾ ਵੀ ਕਿਹੜੀ ਇੱਥੋਂ ਚੱਲਦੀ, ਕਿਹੜੀ ਕਿਸੇ ਜ਼ੋਨ ਚੋਂ ਚੱਲਦੀ, ਕਿਹੜੇ ਸਿਵਲ ਵਿੰਗ ਤੋਂ ਚੱਲਦੀ, ਕਿਹੜੀ ONM ਵਿੰਗ ਤੋਂ ਚੱਲਦੀ ਹੈ। ਸਾਡਾ ਕੋਈ ਨਹੀਂ, ਅਸੀਂ ਯਕੀਨ ਦਵਾਇਆ ਅੰਦਰ ਗੱਡੀਆਂ ਸਾਰੀਆਂ ਚੱਲਣਗੀਆਂ, ਲੇਕਿਨ ਸਾਨੂੰ ਅਫਸਰਾਂ ਨਾਲ 2 ਦਿਨ ਦਾ ਟਾਈਮ ਦਿਓ। ਅਸੀਂ ਕਿਹਾ ਕੋਈ ਸਟ੍ਰਾਈਕ ਦੀ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਸੀਂ ਬੈਠ ਕੇ ਸਾਰੀ ਗੱਲ ਕਰਨੇ ਆ। ਅਸੀਂ ਅਫਸਰਾਂ ਨੂੰ ਵੀ ਕਹਿੰਦੇ ਆ। ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਇੰਡੈਂਟ ਨਹੀਂ ਚਾਹੀਦਾ। ਅਸੀਂ ਕਿਹਾ ਅਸੀਂ ਵੇਖੋ ਆਨੇ ਆ 5 ਸਾਲ ਵਾਸਤੇ, ਐਗਜ਼ੈਕਟਿਵ ਪਾਵਰ ਜਿਹੜੀ ਕਮਿਸ਼ਨਰ ਸਾਹਿਬ ਕੋਲ ਹੁੰਦੀ ਆ। ਕੱਲ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਮੀਟਿੰਗ ਕਰਾਂਗੇ। ਕੱਲ 3 ਵਜੇ ਅਸੀਂ ਮੈਂ ਆਰਡਰ ਕੀਤੇ ਨੇ ਵੀ ਮੇਅਰ ਸਾਹਿਬ ਨਾਲ ਬੈਠ ਕੇ ਤੇ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਸਾਰੀ ਕਮੇਟੀ ਬੈਠੇਗੀ, ਇੰਡੈਂਟ ਦਾ ਮਸਲਾ ਵੀ ਤੁਹਾਡਾ ਹੱਲ ਕਰਾਂਗੇ। ਮੈਂ ਇਹਨਾਂ ਨੂੰ ਬੜੇ ਪੁਰਾਣੇ ਸਾਡੇ 2 ਸੈਂਟਰੀ ਇੰਸਪੈਕਟਰ ਅੰਦਰ ਬੈਠੇ ਜਾਂ ਰਿਟਾਇਰ ਹੋ ਚੁੱਕੇ ਹਨ, ਉਹਨਾਂ ਦੇ ਸਾਹਮਣੇ ਮੈਂ ਸਭ ਤੋਂ ਪੁਰਾਣੀ 1986 ਦੀਆਂ ਗੱਲਾਂ ਵੀ ਇਹਨਾਂ ਨੂੰ ਯਾਦ ਕਰਾਈਆਂ। ਮੈਂ ਕਿਹਾ ਇੰਨਾ ਤੇਲ ਲੱਗਦਾ ਸੀ, ਹੁਣ ਵੀ ਇੰਨਾ ਹੀ ਚੱਲੂਗਾ, ਤੁਹਾਨੂੰ ਕੋਈ ਮੁਸ਼ਕਲ ਨਹੀਂ ਪਊਗੀ, ਲੇਕਿਨ ਤੁਹਾਨੂੰ ਯਕਦਮ ਕੋਈ ਮਸਲਾ ਨਹੀਂ ਹੱਲ ਹੋ ਸਕਦਾ। ਜੇ ਅੱਜ ਪਹਿਲੀ ਮੀਟਿੰਗ ਕੀਤੀ, ਦੂਜੀ ਮੀਟਿੰਗ 'ਚ ਇੱਥੋਂ ਤੱਕ ਅਸੀਂ ਪਹੁੰਚਿਆ, ਸਾਰੀਆਂ ਮੰਗਾਂ ਮੰਨੀਆਂ ਸੀ। ਤੁਸੀਂ ਤੇਲ ਤੇ ਨਾ ਲੜੋ, ਗੱਡੀਆਂ ਤੇ ਨਾ ਲੜੋ। ਅਸੀਂ ਜਵਾਬ ਦਿਆਂ ਜੇ ਸ਼ਹਿਰ 'ਚ ਸਫਾਈ ਨਹੀਂ ਹੁੰਦੀ, ਜਿਹੜੀ ਸ਼ਹਿਰ 'ਚ ਸਫਾਈ ਨਹੀਂ ਹੁੰਦੀ ਯਾਰ, ਮੈਂ ਚੋਰੀ ਨਹੀਂ ਕਰਦਾ, ਕੋਈ ਮੇਅਰ ਸਾਹਿਬ ਨੇ ਵੀ ਚੋਰੀ ਨਹੀਂ ਕਹੀ। ਖੰਨੇ ਸਾਹਿਬ ਵੇਖੋ ਪ੍ਰਾਈਵੇਟ ਨੂੰ 2.5 ਕਰੋੜ ਰੁਪਇਆ ਆਪਾਂ ਦਿੰਨੇ ਆ, ਸਫਾਈ ਲੈਣੇ, ਇਹਨਾਂ ਕੋਲ ਕਿਉਂ ਨਹੀਂ ਕੰਮ ਲੈਣੇ? ਮਸ਼ੀਨਰੀ ਕਿਉਂ ਨਹੀਂ ਖਰੀਦਦੇ? ਮੈਂ ਇਹਨਾਂ ਨੂੰ 10 ਕਰੋੜ ਹੋ ਜਾਂਦਾ। ਮੈਂ ਇਹਨਾਂ ਨੂੰ ਵੀ ਇਹ ਗੱਲ ਕਹੀ ਆ ਵੀ ਜੇ ਅਸੀਂ ਪ੍ਰਾਈਵੇਟ ਸੈਕਟਰ 'ਚ ਜ਼ਿਆਦਾ ਪੈਸੇ ਆਣ ਦੇ ਨਾ, ਅਸੀਂ ਉਹ ਦੇਖ ਲੈਣੇ ਕਿੰਨੀਆਂ ਵਾਰਡਾਂ, ਕਿੰਨੇ ਕਿਲੋਮੀਟਰ ਆ, ਬੈਠ ਕੇ ਅਸੀਂ ਉਹ ਵੀ ਤੁਹਾਨੂੰ ਕੋਆਪਰੇਟ ਕਰਨ। ਮੈਂ ਹਮੇਸ਼ਾ ਇੱਕ ਗੱਲੋਂ ਮੈਂ ਹਮੇਸ਼ਾ ਇਸ ਗੱਲ ਦਾ ਸਮਰਥਕ ਰਿਹਾ। ਮੈਂ ਤੇ ਇਹਨਾਂ ਨੂੰ ਵੀ ਪਤਾ, ਮੈਂ ਹਾਊਸ 'ਚ ਵੀ ਬੋਲਦਾ ਰਿਹਾ ਵੀ ਜਿਹੜੇ ਪੱਕੇ ਮੁਲਾਜ਼ਮ ਲੱਗਣ ਸਾਰੇ ਵਧੀਆ ਕੰਮ ਕਰਨ। ਅਸੀਂ ਹਮੇਸ਼ਾ ਇਹਨਾਂ ਦੇ ਨਾਲ ਆ, ਇਹਨਾਂ ਦੇ ਸਾਡੇ ਪਰਿਵਾਰ
ਕਰਦੇ ਸਾਰੇ ਰਿਲੇਸ਼ਨ ਨੂੰ, ਕੋਈ ਇਹੋ ਜਿਹੀ ਡਿਫਰੈਂਟ ਤੁਸੀਂ ਕਹਿੰਦੇ ਮੰਗਾਂ ਮੰਨ ਲਈਆਂ ਤੇ ਇਹ ਕਹਿੰਦੇ ਹੜਤਾਲ, ਹੁਣ ਕੀ ਮੰਨੇ? ਦੇਖੋ ਇਹ ਸਿਰਫ ਗੱਡੀਆਂ ਕੱਢਣ ਦੀ ਗੱਲ ਹੈ, ਜੇ ਗੱਡੀ ਕੱਲ ਨਹੀਂ ਨਿਕਲੂਗੀ ਤਾਂ ਸੋਮਵਾਰ ਨਿਕਲ ਜਾਊਗੀ। ਖੰਨਾ ਜੀ 23 ਤਰੀਕ ਤੇ ਤੁਸੀਂ ਮੀਟਿੰਗ ਕੀਤੀ ਸਾਡੇ ਨਾਲ ਉੱਤੇ, ਠੀਕ ਹੈ? ਤੁਸੀਂ ਕਿਹਾ 27 ਤਰੀਕ ਤੇ ਅਸੀਂ 28 ਤੇ ਮੀਟਿੰਗ, ਦੇਖੋ 28 ਤੱਕ ਤੁਸੀਂ ਕੋਈ ਪਾਵਰ ਨਹੀਂ ਲੈ ਕੇ ਆਏ ਵੀ ਅਸੀਂ ਉਹਨਾਂ ਨਾਲ ਫੈਸਲਾ ਕਰਨਾ। ਬੇਟਾ ਜੀ ਸਾਰੇ ਪਹਿਲਾਂ ਕਮੇਟੀ ਮਾਲਕ ਆ, ਕਮੇਟੀ ਸਾਰਾ ਕੁਝ ਆ, ਕਮੇਟੀ ਆਈ ਆ, ਕਮੇਟੀ ਕਿਸੇ ਜ਼ਿੰਮੇਵਾਰੀ ਨਾਲ ਆਈ ਆ। ਇਹ ਹੋਣੀ ਵੀ ਉਹਨੇ ਇੱਕ ਹਾਲਤ ਅਫਸਰ ਨਹੀਂ ਆਊਗਾ ਤੇ ਤੁਸੀਂ ਉਹਦੀ ਪਰਮਿਸ਼ਨ ਲਾਓਗੇ? ਬੇਟਾ ਜੀ ਸਾਰੀਆਂ ਗੱਲਾਂ ਕਮੇਟੀ ਕਰੇ ਫੈਸਲਾ, ਸਿਰਫ ਗੱਡੀਆਂ ਕੱਢਣ ਦੀ ਗੱਲ ਹੈ। ਅਸੀਂ ਸਿਤਾਈ ਥੋੜੀ ਆ ਕੱਲ ਕਮੇਟੀ ਨੂੰ ਪੁੱਛਣਾ, ਅਸੀਂ ਕਿਹਨੂੰ ਕਹਿਣਾ ਜਾ ਕੇ? ਅੱਛਾ ਬੇਟਾ ਜੀ ਮੇਰੀ ਗੱਲ ਸੁਣੋ, ਕਮਿਸ਼ਨਰ ਸਾਹਿਬ ਨੂੰ ਤਾਂ ਨਾਲ ਇੱਕ ਮੇਰੀ ਗੱਲ ਸੁਣੋ, ਇਹ ਕਹਿੰਦੇ ਨੇ ਕਿ ਕਈ ਖਾਮੀਆਂ ਹੈਗੀਆਂ, ਨਹੀਂ ਆ ਸਕੇ ਵੈਕਸੀਨ ਨੂੰ, ਇੱਕ ਬਿਮਾਰ ਨੇ, ਇੱਕ ਦਿੱਲੀ ਨੇ, ਤੇ ਕੀ ਇਹ ਕਹਿੰਦੇ ਨੇ ਮੈਂ ਕੱਲ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕਰਾਂਗਾ, ਸਾਰੀ ਟੀਮ ਕਰੇਗੀ ਤੇ ਟਾਈਮ ਰੱਖ ਲਓ ਕਿਉਂਕਿ ਕੱਲ 3 ਵਜੇ ਦਾ ਟਾਈਮ ਹੈ ਤੇ ਇੰਨੀ ਜਲਦੀ ਦੇਖੋ ਹਰ ਨਤੀਜਾ ਕਿਤੇ ਨਾ ਕਿਤੇ ਗੱਲ ਨਾਲ ਹੀ ਆਣਾ ਜੀ। ਉਹਦਾ ਵਿਰੋਧ ਤੁਸੀਂ ਵੀ ਹੜਤਾਲ ਕਰੋਗੇ, ਉਹ ਗੱਲ ਨਹੀਂ ਬਣਦੀ। ਸ਼ਹਿਰ ਨੂੰ ਭੁਗਤਣਾ ਤੇ ਛੋਟੀ ਜਿਹੀ ਲੜਾਈ ਆ, ਅਸੀਂ ਇਹਨਾਂ ਨੂੰ ਕਿਹਾ ਤੁਹਾਡਾ ਵੀ ਮਾਨ ਸਨਮਾਨ ਹੈ, ਸਾਡਾ ਵੀ ਦੇਵੇ, ਤੇ ਕੱਲ 3 ਵਜੇ ਦੀ ਵੇਟ ਕਰ ਲਓ। ਟੈਂਕਰ ਕੱਢ ਦਿਓ, ਜਿਹੜੀਆਂ 11 ਟਿੱਪਰ ਕੱਢੇ ਜੇ ਉਹ 5 ਚਲਾ ਦਿਓ, ਬਾਕੀ ਕੰਮ ਬਾਅਦ ਚ ਚਲਾ ਲਓ। ਇਹਦੀ ਪਾਵਰ ਤੁਹਾਡੇ ਕੋਲ ਨਹੀਂ ਪਾਵਰ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਰੋਕੀ ਕਮਿਸ਼ਨਰ ਸਾਹਿਬ ਨੇ, ਅਸੀਂ ਕਮਿਸ਼ਨਰ ਸਾਹਿਬ ਨੂੰ ਕਹਿਣਾ, ਕਮਿਸ਼ਨਰ ਸਾਹਿਬ ਐਗਜ਼ੈਕਟਿਵ ਹੈਡ ਹੈਗੇ ਨਾ, ਤੁਸੀਂ ਇਹ ਗੱਲ ਪਾਵਰ ਐਗਜ਼ੈਕਟਿਵ ਹੈਡ ਕੋ ਕਰਕੇ ਲੈਣੀ ਸੀ ਨਾ ਖੰਨਾ ਜੀ। ਜਿੰਨਾ ਚਿਰ ਅਸੀਂ ਕਮਿਸ਼ਨਰ ਸਾਹਿਬ ਨਾਲ ਬੈਠ ਕੇ ਡਿਸਕਸ ਕਰਾਂਗੇ ਨਾ, ਮੇਅਰ ਸਾਹਿਬ ਦਾ ਕਮਿਸ਼ਨਰ ਕੱਲ ਦੇ ਮੀਟਿੰਗ 'ਚ ਹੋ ਸਕਦਾ ਬਿਲਕੁਲ ਡੈਫੀਨਿਟ ਨਿਕਲੇਗਾ। ਸਰ ਕੱਲ ਦੀ ਮੀਟਿੰਗ 'ਚ ਇਹ ਕਹਿੰਦੇ ਨੇ, ਮੈਨੂੰ ਡਾਕਟਰ ਜੁਗੇਸ਼ ਨੇ ਕਿਹਾ ਮੈਂ ਸਵੇਰੇ ਡਿਊਟੀ ਤੇ ਆਈਆਂ ਨਾ, ਮੈਂ ਸਵੇਰੇ ਡਿਊਟੀ ਤੇ ਆਈਆਂ ਨਾ ਯਾਰ, ਸਵੇਰੇ ਡਿਊਟੀ ਤੇ ਆਈਆਂ ਨਾ, ਡਾਕਟਰ ਜੁਗੇਸ਼ ਨੇ ਮੈਨੂੰ ਕਿਹਾ ਮੈਂ ਸਵੇਰੇ ਡਿਊਟੀ ਤੇ ਆਈਆਂ। ਬੇਟਾ ਜੀ ਤੁਸੀਂ ਬਹੁਤ ਸੀਨੀਅਰ ਹੈਗੇ ਹੋ, ਮੁਲਾਜ਼ਮ ਏਕਤਾ ਨਿਗਮ ਦੀ ਆ, ਕੀ ਤੁਸੀਂ ਇਹਨਾਂ ਦੀ ਗੱਲ ਤੋਂ ਸਹਿਮਤ ਹੋ ਜੀ? ਅਸੀਂ ਕਿਉਂ, ਅਸੀਂ ਤਾਂ ਹਰ ਗੱਲ ਤੋਂ ਸਹਿਮਤ ਹੋਨੇ, ਪਰ ਇਹ ਨਹੀਂ ਸਾਡੀ ਗੱਲ ਤੇ। ਇਹਨਾਂ ਦਾ ਜੋ ਮਤਾ ਅੰਦਰ ਪੱਕਿਆ ਪਿਆ, ਇਹ ਸਾਡੇ ਤੇ ਦਬਾਅ ਪਾਉਂਦੇ ਪਏ ਨੇ ਵੀ ਅਸੀਂ ਕੀ ਮਤਾ ਪਾਸ ਕੀਤਾ। ਮੈਨੂੰ ਦੱਸੋ, ਦੋ ਇਹਨਾਂ ਨੇ ਪਹਿਲਾਂ ਮੈਡਮ ਕਹਿੰਦੀ ਰਹੀ ਸਾਲ ਇੱਕ ਤੋਂ ਸਾਨੂੰ ਕਹਿੰਦੇ ਰਹੇ ਵੀ ਤੁਹਾਡਾ ਈਪੀਐਫ ਉਹਦਾ ਪੀਐਫ ਦਾ ਮਸਲਾ ਹੋ ਜਾਏਗਾ। ਅੱਜ ਇਹਨਾਂ ਨੇ ਟਾਈਮ ਦਿੱਤਾ 10 ਦਿਨ ਦਾ, ਕਹਿੰਦੇ ਸੀ 2 ਮਹੀਨੇ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ। 400 ਕਰੋੜ ਸਾਨੂੰ ਮਿਲਿਆ ਕੀ ਆ? 400 ਦਾ ਨਹੀਂ, ਇਹਨਾਂ ਦੇ ਮੁਤਾਬਕ ਸੀ, ਮੈਡਮ ਨੇ ਕਿਹਾ 13 ਤੋਂ 14 ਕਰੋੜ ਰੁਪਇਆ ਚੜ ਚੁੱਕਿਆ। ਜਿਸ ਤਰ੍ਹਾਂ ਸਾਨੂੰ ਗਵਰਨਮੈਂਟ ਤੋਂ ਜੀਐਸਟੀ ਵਗੈਰਾ ਆਈ ਹੈਗੀ, ਸਾਰੇ ਕਰੋੜ 1.5 ਕਰੋੜ ਰੁਪਇਆ ਕਰਕੇ ਜਮ੍ਹਾਂ ਕਰਾ ਦੇਵਾਂਗੇ। ਅਸੀਂ ਉਹਨਾਂ ਨਾਲ ਮੰਨ ਗਏ ਨਾ, ਬਿਲਕੁਲ ਹਰ ਗੱਲ, ਪਰ ਇਹਨਾਂ ਦੀਆਂ ਗੱਲਾਂ ਅਸੀਂ ਮੰਨ ਰਹੇ ਹਾਂ ਤੇ ਕੀ ਇਹ ਦੋ ਗੱਲਾਂ ਸਾਡੀਆਂ ਨਹੀਂ ਮੰਨ ਸਕਦੇ? ਜੇ ਅਸੀਂ ਕਹਿੰਦੇ ਆ 11 ਗੱਡੀਆਂ ਬੰਦ ਕੀਤੀਆਂ, ਸਾਡੀ ਟੀਮ ਨੇ ਇਹਨਾਂ ਦਾ ਇਹੋ ਹੀ ਕਹਿਣਾ ਹੈ। ਬਾਕੀ ਦਾ ਉਹਨਾਂ ਨਾਲ ਵੀ ਗੱਲ ਹੋਈ, ਲਾਈਵ ਭਾਰਤ ਨਾਲ ਉਹਨਾਂ ਨੇ ਗੱਲ ਕਰਦੇ ਕਿਹਾ ਕਿ ਆਪਾਂ ਸਾਰੇ ਮਤਾ ਮੰਨ ਲਏ ਆ, ਪਰ ਸਾਡੇ ਕੋਲ ਮਤਾ ਮੰਨ ਲਏ ਪਰ ਇਜਾਜ਼ਤ ਨਹੀਂ ਹੈਗੀ ਕਿ ਆਪਾਂ ਇੱਥੇ ਡਿਕਲੇਅਰ ਕਰ ਦਈਏ। ਠੀਕ ਹੈ ਨਾ, ਇਹੋ ਕਹਿੰਦੇ ਫਿਰ ਕਮੇਟੀ ਕਾਹਦੇ ਲਈ ਬਣਾਈ? ਕਮੇਟੀ 'ਤੇ ਸਵਾਲ, ਕਮੇਟੀ ਬਿਲਕੁਲ ਪਾਵਰਫੁਲ ਹੋਣੀ ਚਾਹੀਦੀ। ਕਮੇਟੀ ਨਿਸ਼ਕਰਸ਼ ਦੇ ਉੱਤੇ ਆਣੀ ਹੈ, ਲੇਕਿਨ ਅਸੀਂ ਅਫਸਰਾਂ ਨੂੰ ਕੱਲ 3 ਵਜੇ ਤੱਕ ਕੱਲ ਅਸੀਂ ਪੁੱਛ ਰਹੇ ਹਾਂ, ਕੱਲ 3 ਵਜੇ ਅਸੀਂ ਕੀ ਮੂੰਹ ਲੈ ਕੇ ਜਾਈਏ ਮੁਲਾਜ਼ਮਾਂ ਕੋਲ? ਮੈਨੂੰ ਦੱਸੋ, ਤੁਸੀਂ ਮੀਡੀਆ ਕਿੰਨੇ ਦਿਨਾਂ ਦੀ ਲੜਾਈ ਚੱਲਣ ਦੀ ਆ? ਜਨਾਬ ਮੈਂ ਤੁਹਾਡੀ ਗੱਲ ਮੰਨਦਾ, ਦੱਸੋ ਮੈਨੂੰ, ਦੱਸੋ ਮੀਡੀਆ ਵਾਲਾ ਅਸੀਂ ਕੀ ਮੂੰਹ ਲੈ ਕੇ ਜਾਈਏ? ਸਰ ਮਾਹੌਲ ਖਰਾਬ ਨਾ ਹੋਵੇ, ਇਹਨਾਂ ਕੋਲ ਪੂਰੀ ਪਾਵਰ ਹੈਗੀ ਹੈ, ਨਹੀਂ ਹੈਗੀ ਹੈ, ਇਹ ਆਏ ਆ ਪਰ ਪਾਵਰ ਲੈ ਕੇ ਨਹੀਂ ਆਏ। ਕਰਕੇ ਤੇ ਕਹਿ ਰਹੇ ਆ ਵੀ ਅਸੀਂ ਕਹਿੰਦੇ ਮਾਹੌਲ ਸ਼ਹਿਰ ਦਾ ਨਾ ਖਰਾਬ ਹੋਵੇ, ਅਸੀਂ ਵੀ ਤਾਂ ਹੀ ਤਰਲੇ ਮਿੰਟ ਕਰਦੇ ਆ। ਬੇਟਾ ਜੀ 3 ਵਜੇ ਤੱਕ, ਕੱਲ 3 ਵਜੇ ਤੱਕ, ਕੱਲ 3 ਵਜੇ, ਚਲੋ 3 ਵਜੇ ਤੋਂ ਬਾਅਦ ਤੁਹਾਡੇ ਸਾਰੇ ਮੀਡੀਆ ਦੇ ਸਾਹਮਣੇ ਅਸੀਂ ਕਹਿੰਦੇ ਆ, ਕੱਲ ਅਸੀਂ ਹੜਤਾਲ ਨਹੀਂ ਕਰਦੇ, ਅਸੀਂ परसों कर देंगे। ठीक है जी, तो ये बड़ी खबर है, सबसे बड़ी बात, सबसे बड़ी बात ये खबर है। और हमने आपको दिखाया, और जिस तरह हमने पहले ही बताया था खबर में कि सभी प्रस्ताव पास हो जाएंगे, लेकिन कहीं ना कहीं पावर लेकर नहीं आए थे जो यहाँ पे कमेटी के बने थे। हमने सभी बात की, बेबाक बातचीत की, और हमने सफाई सेवकों की तरफ से बात की, ऑटो वर्कशॉप की तरफ से बात की। कल 3 बजे तक कोई हड़ताल नहीं होगी, और 3 बजे के बाद जो निर्णय लिया जाएगा वो सामने हो। लेकिन लाइव भारत ने सबसे पहले किया था खुलासा, सभी मांगे मान ली जाएगी, सभी मांगे उन्होंने मान ली, लेकिन कहीं ना कहीं अड़ गए केवल टाइम को लेकर। और टाइम कल और परसों मानी 48 घंटे का, तो इन 48 घंटों में क्या होता है सफाई सेवकों और नगर निगम के बीच, आप देखते रहिए, बदलते हैं तेवर और बदलते हैं विचार। हड़ताल 3 बजे के बाद कल, जैसा कि आपके यहाँ के जो वरिष्ठ है, सुनिएगा, मीडिया के सामने उन्होंने कहा कि 3 बजे तक ये हल निकल आएगा। हम आज आपकी जितनी मांगे हैं वो सब मान ली हैं, पर उस पर जो मोहर लगनी है उसके लिए कमिश्नर से बात करनी है। हम सभी कमिश्नर से बात करेंगे कल 3 बजे तक। मांगे सभी मान ली हैं, कमिश्नर से कल 3 बजे। जी ने बोला है भी सफाई सेवक जो कल हैं वो 3 बजे के बाद हड़ताल पर जाएंगे, जो ऑटो वर्कशॉप के मुलाजिम है वो सुबह से हड़ताल पर जा रहे हैं। अच्छा ये बताइए, लड़ाई तो एक है,
आज वो कहते हैं हमने सभी मांगे मान ली, पर हम मोहर अभी नहीं लगा कौन सी सकते। मांगी माने, हमें प्रोसीडिंग दीजिए, कौन सी मांग के उन्होंने कहा proceeding जितनी दी- मांगे वो मीडिया के सामने- वैसे मीडिया के सामने मान रहे हैं ना, प्रोसीडिंग देते। आज मीटिंग होती है, अफसर बैठे होते हैं, देखिए जो अधिकारी अफसर देखिए दो अफसर, सेहत अफसर, देखिए एक मेरी की बात, सेहत खराब, एक दिल्ली मान लिया, एससी साहब बैठे हुए थे, एससी साहब, ठीक है, जी। जनरल ब्रांच के राजेंद्र शर्मा जी बैठे हुए थे। जी। देखिए अगर 5 मेंबरी में अफसर इसलिए नहीं बैठ रहे क्योंकि अफसरों के ऊपर ये दबाव डालकर मुलाजमों के ऊपर ये तानाशाही रवैया उनका चलाना चाहते। अफसर ये बोले भी हम इनके बनाए हुए सवाल आपके जब ऊपर नहीं आज थोप मीडिया के सकते। सामने पूरी टीम कहती है, और आपके सफाई सेवक के जो बिट्टा जी वो भी कहते हैं कल 3 बजे तक, वो कहते हैं कि हम 3 करेंगे बजे देख वेट लें, कल 3 बजे तक देख लें। सुबह तो ऑटो वर्क- देखिए, हाँ जी। बात तेल की है, तेल चोरी की है, आरोप सिद्ध हो या ना हो ये जांच का विषय है, लेकिन कल 3 बजे तक बिट्टा जी ने समय दिया, उन्होंने समय मांगा जो कमेटी के मेंबर हैं, तो इतनी जल्दी ही क्यों? और दूसरी बात, शहर को जरूरत है, हम प्राइवेट कंपनी को 2.5 करोड़ देते हैं, क्यों देते हैं? हम क्यों देते हैं 2.5 करोड़? एक मिनट मेरे बात पर शहर को जरूरत है हाँ। कि शहर साढ़े उत्ते डिग्गा था। नहीं, सफाई की जरूरत, सफाई की जरूरत है। आप लोगों से क्यों नहीं काम मैं लेते? सफाई- प्राइवेट पैसे क्यों देते कंपनी को? ਉਹ 2.5 ਇਨਕੋ ਪੁੱਛੋ वही करते ਜੋ हैं। ਪਬਲਿਕ ਦਾ ਪੈਸਾ ਹੈਗਾ ਤੁਸੀਂ ਪੰਜਾਬ ਸਰਕਾਰ ਨੂੰ ਪੁੱਛੋ, ਮੇਅਰ ਕਮਿਸ਼ਨਰ ਨੂੰ ਪੁੱਛੋ ਕਿਉਂ ਦਿੰਦੇ ਜੇ, ਸਾਨੂੰ ਥੋੜੀ ਪੁੱਛਣ ਦੀ ਲੋੜ ਆ। नहीं, मैं आपसे बात कर रहा हूँ कि क्यों आपसे क्यों नहीं काम लेते? आप पर विश्वास क्यों नहीं है उनको? ਇਹ ਤੇ ਉਹਨਾਂ ਨੂੰ ਪੁੱਛੋ, ਮੈਂ ਤਾਂ ਕਹਿ ਰਿਹਾ वो ਸਾਡੇ कहते हैं हमने सभी मांगे मान ली, सभी ਅਸੀਂ मांगे मान ली, कल 3 बजे तक आपने ਇੱਕ समय ਵੀ दी। ਮੰਗ ਨਹੀਂ ਪੂਰੀ ਹੋਈ। पूरी 3 बजे तक कल आप वेट करेंगे? वेट करेंगे, कह दिया ठीक है, मीडिया के सबसे बड़ी सामने बात, जवान तेरे से मुकरेंगे। 3 बजे तक अब ये इंतजार करेंगे और इंतजार करेंगे। जवान तो नहीं मुकरेंगे। गर्म खून है और गर्म बात है, कहने का मतलब कहने पर एक वरिष्ठ है, और सबसे बड़ी बात है कि बात है निगम है, निगम के मुलाजिमों की है। शहर शांत रहे, साफ सुथरा रहे, यही सबकी कामना है। सद्बुद्धि दे, जो नहीं मानते अड़ियल रवैया पे अपनाते हैं, चाहे वो कोई भी हो, XYZ हो। फिलहाल मीडिया के सामने आज उन्होंने कहा हमने सभी मांग मान ली है, लेकिन अब दूसरे पक्ष से 3 बजे तक कल अल्टीमेटम। तो देखते रहिए लाइव भारत। जय हिंद, जय भारत। ਬੇਔਲਾਦ ਜੋੜਿਆਂ ਦੇ ਲਈ ਵਰਦਾਨ ਮੈਡੀਕੋਮ ਆਯੁਰਵੈਦਿਕ ਸੈਂਟਰ ਅੰਮ੍ਰਿਤਸਰ। ਗਰਭ ਦਾ ਨਾ ਠਹਿਰਨਾ ਜਿਹੀਆਂ ਬਿਮਾਰੀਆਂ ਦਾ ਸ਼ਰਤੀ ਇਲਾਜ। चौदह से लेके 16% तक जो नई जनरेशन के कपल्स हैं वो इनफर्टाइल हैं, क्योंकि उनका खाना पीना, रहन सहन, इनएक्टिव लाइफस्टाइल इसमें बड़ा रोल प्ले करता है। और बेसिकली आज की डेट में 50 से 60% लोग जो माँ बाप नहीं बन पा रहे वो सिर्फ इसी वजह से हैं कि उसमें एक बहुत बड़ा फैक्टर है इनएक्टिव खान पान की वजह से स्पर्म्स काउंटिंग की कमी होना। निराश हो चुके जोड़े एक बार जरूर संपर्क कर मैडिकॉम आयुर्वेदिक सेंटर अंमृतसर।